ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 34ਵਾਂ ਚੌਥੇ ਕਾਂਡ ਦਾ 13ਵਾਂ ਭਾਗ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਦਸਮ ਗ੍ਰੰਥ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਸਿਧਾਂਤ ਤੋਂ ਜਾਣੂ ਅਤੇ ਵਿਵੇਕ ਬੁੱਧੀ ਵਾਲਾ ਸਿੱਖ ਕਦੇ ਨਹੀਂ ਮੰਨਦਾ ਕਿ ਕ੍ਰਿਸ਼ਨ ਅਵਤਾਰ ਅਥਵਾ ਦਸਮ ਗ੍ਰੰਥ ਦੀ ਉਹ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਅਨੁਕੂਲ ਨਹੀਂ ਹੈ, ਦਸਮ ਪਾਤਸ਼ਾਹ ਜੀ ਦੀ ਰਚਨਾ ਹੋਵੇਗੀ। ਦਾਸ ਵੀ ਉਹਨਾਂ ਹੀ ਗੁਰਮੁਖਾਂ ਦੀਆਂ ਦਲੀਲਾਂ ਨਾਲ ਸਹਿਮਤ ਹੋਣ ਕਾਰਨ ਕ੍ਰਿਸ਼ਨ ਅਵਤਾਰ ਦੀ ਕਿਸੇ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਮੰਨ ਕੇ ਆਪਣੀ ਦਲੀਲ ਦੀ ਪ੍ਰੋੜਤਾ ਵਿੱਚ ਦੇਣ ਨੂੰ ਤਿਆਰ ਨਹੀਂ ਸੀ। ਉੱਪਰ ਲਿਖੀ ਚੌਪਈ ਤੋਂ ਇਹ ਵੀ ਸ਼ੱਕ ਬਣਿਆ ਹੈ ਕਿ ਦਸਮ ਗ੍ਰੰਥ ਵਿਚਲਾ ਕ੍ਰਿਸ਼ਨਾਵਤਾਰ ਕਾਵਿ ਭਾਗਵਤ ਪੁਰਾਣ ਦੀ ਨਕਲ ਹੈ, ਪਰ ਗਿਆਨੀ ਈਸ਼ਰ ਸਿੰਘ ਨੇ ਸਿੱਖ ਜਗਤ ਵਿੱਚ ਖਤਰਨਾਕ ਕਿਸਮ ਦਾ ਭੁਲੇਖਾ ਪਾਉਣ ਲਈ ਕ੍ਰਿਸ਼ਨ ਭਗਤ ਸਿਆਮ ਕਵੀ ਦੀ ਕ੍ਰਿਸ਼ਨਾਵਤਾਰ ਕਾਵਿ ਰਚਨਾ ਵਿੱਚੋਂ ਚੌਪਈਆਂ, ਸਵਈਏ ਅਤੇ ਕਵਿਤ ਚੁਣ ਚੁਣ ਕੇ ਲਿਖੇ ਹਨ ਅਤੇ ਸਾਰੀ ਰਚਨਾ ਕਲਗੀਧਰ ਜੀ ਦੀ ਹੋਣੀ ਦੱਸ ਕੇ ਬੇਅੰਤ ਥਾਂ ਵਰਤੀ ਹੈ ਅਤੇ ਨਾਲੋਂ ਨਾਲ ਇਹ ਵੀ ਲਿਖੀ ਗਿਆ ਕਿ ਕ੍ਰਿਸ਼ਨ ਭਗਵਾਨ ਪ੍ਰਤੀ ਅਪਾਰ ਸ਼ਰਧਾ ਹੋਣ ਕਾਰਨ ਦਸ਼ਮੇਸ਼ ਜੀ ਨੇ ਐਸਾ ਬੜੀ ਵਿਚਾਰ ਨਾਲ ਸਭ ਕੁਝ ਸੱਚ ਲਿਖਿਆ ਹੈ। ਇਸ ਲਈ ਦਾਸ ਉਹਨਾਂ ਸਵਈਆਂ ਦਾ ਵਰਣਨ ਕਰਨ ਤੇ ਮਜਬੂਰ ਹੈ ਜੋ ਇਸ ਵਿਰੋਧੀ ਲਿਖਾਰੀ ਨੇ ਬ੍ਰਾਹਮਣ ਵਾਲੀ ਕੁਟਲ ਨੀਤੀ ਵਰਤ ਕੇ ਪਾਠਕਾਂ ਤੋਂ ਲੁਕਾਏ ਹਨ। ਪਹਿਲਾਂ ਲਿਖੇ ਸਭ ਕੁਝ ਨੂੰ ਨਾਰਾ ਜੀ ਨੇ ਕਲਗੀਧਰ ਦੀ ਸ਼ਰਧਾ ਦੀ ਉਪਜ ਸਭ ਸੱਚ ਹੀ ਸੱਚ ਕਿਹਾ ਹੈ। ਹੁਣ ਜੋ ਕੁਝ ਅੱਗੇ ਲਿਖਿਆ ਜਾ ਰਿਹਾ ਹੈ, ਕਿਉਂਕਿ ਉਹ ਵੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਲਿਆ ਗਿਆ ਹੈ, ਉਹ ਸਭ ਕੁਝ ਵੀ ਅੱਖਰ ਅੱਖਰ ਸੱਚ ਹੀ ਮੰਨਣਾ ਪਵੇਗਾ। ਆਓ ਭਾਗਵਤ ਪੁਰਾਣ ਵਾਲੀ ਗਾਥਾ ਜੋ ਉੱਪਰ ਲਿਖੀ ਹੈ ਉਸ ਨੂੰ ਗਿਆਨੀ ਜੀ ਦੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਬੋਲੀ ਵਿੱਚੋਂ ਪੜ੍ਹ ਵਿਚਾਰੀਏ। ਨਾਵਨ ਲਾਗ ਜਬੇ ਗੋਪੀਆਂ ਤਬ ਲੈ ਪਟ ਕਾਨ ਚਰਿਓ ਤਰ ਊਪੈ ਤਉ ਮੁਸਕਾਨ ਲਗੀ ਮਦ ਆਪਨ ਕੋਏ ਪੁਕਾਰ ਕਰੇ ਹਰ ਜੂਪੈ ਚੀਰ ਹਰੇ ਹਮਰੇ ਛਲ ਸੇ ਤੁਮ ਠੱਗ ਨਾਹੇ ਜਿਦੋ ਕੋ ਭੂਪ ਪੈ ਹਾਥਨ ਸਾਥ ਸੋ ਸਾਰੀ ਹਰੀ ਦਿਰਗ ਸਾਥ ਹਰੋ ਹਮਰੇ ਤੁਮ ਰੂਪੈ। ਅਰਥ, ਜਦੋਂ ਗੋਪੀਆਂ ਨਿਸ਼ਚਿੰਤ ਹੋ ਕੇ ਨਹਾਉਣ ਲੱਗ ਪਈਆਂ ਤਾਂ ਕ੍ਰਿਸ਼ਨ ਉਹਨਾਂ ਦੇ ਕੱਪੜੇ ਲੈ ਕੇ ਰੁੱਖ ਤੇ ਜਾ ਚੜ੍ਹਿਆ। ਕਈ ਗੋਪੀਆਂ ਤਾਂ ਮੁਸਕੜੀਆਂ ਵਿੱਚ ਹੱਸਦੀਆਂ ਸਨ ਅਤੇ ਕਈ ਭਗਵਾਨ ਜੀ ਅੱਗੇ ਫਰਿਆਦ ਕਰਨ ਲੱਗ ਪਈਆਂ ਕਿ ਧੋਖੇ ਨਾਲ ਜਿਹੜੇ ਕੱਪੜੇ ਚੁਰਾਏ ਸਨ ਉਹ ਮੋੜ ਦੇਵੇ, ਅਤੇ ਕਹਿੰਦੀਆਂ ਸਨ ਕਿ ਸਾਰੀ ਧਰਤੀ ਤੇ ਕ੍ਰਿਸ਼ਨ ਜਿਹਾ ਹੋਰ ਦੂਜਾ ਚੋਰ ਅਥਵਾ ਠੱਗ ਨਹੀਂ ਹੋਣਾ ਜਿਹੜਾ ਹੱਥਾਂ ਨਾਲ ਸਾੜੀਆਂ ਚੁਰਾ ਬੈਠਾ ਸੀ ਅਤੇ ਅੱਖੀਆਂ ਨਾਲ ਉਹਨਾਂ ਦਾ ਹੁਸਨ ਚੁਰਾ ਰਿਹਾ ਸੀ, ਭਾਵ ਉਹਨਾਂ ਦਾ ਨੰਗੇਜ ਤੱਕ ਰਿਹਾ ਸੀ। ਅਗਲੇ ਕੁਝ ਸਵਈਆਂ ਵਿੱਚ ਗੋਪੀਆਂ ਕ੍ਰਿਸ਼ਨ ਨੂੰ ਰਾਜੇ ਕੰਸ ਦਾ ਡਰ ਦਿੰਦੀਆਂ ਹਨ ਤਾਂ ਕ੍ਰਿਸ਼ਨ ਭਗਵਾਨ ਜੀ ਫਰਮਾਉਂਦੇ ਹਨ ਕਿ ਮੈਂ ਉਸ ਨੂੰ ਇਸ ਤਰ੍ਹਾਂ ਮਾਰ ਦੇਣਾ ਹੈ ਜਿਵੇਂ ਕਲੀ ਤੋੜ ਕੇ ਸੁੱਟੀ ਦੀ ਹੈ, ਅਤੇ ਕਸਮ ਖਾਂਦਾ ਹੈ ਕਿ ਜਿੰਨਾ ਚਿਰ ਬਾਹਰ ਨਾ ਆਉਗੀਆਂ ਕੱਪੜੇ ਬਿਲਕੁਲ ਨਹੀਂ ਦੇਣੇ। ਉਹਨਾਂ ਨੂੰ ਪਾਣੀ ਵਿਚਲੀਆਂ ਜੋਕਾਂ ਆਦਿ ਦਾ ਡਰ ਦਿੰਦਾ ਹੈ ਅਤੇ ਫਿਰ ਇਨ ਬਿਨ ਉਹੀ ਭਾਗਵਤ ਪੁਰਾਣ ਵਾਲਾ ਸਵਈਆ ਹੈ, ਉੱਥੇ ਇਸ ਦਾ ਨੰਬਰ 1 ਹੈ। ਦਿਉ ਬਿਨਾ ਨਿਕਰੇ ਨਹਿ ਚੀਰ ਕਹਿਓ ਹਸ ਕਾਨ ਸੁਨੋ ਤੁਮ ਪਿਆਰੀ ਸੀਤ ਸਹੋ ਜਲ ਮੈਂ ਤੁਮ ਨਾਹਕ ਬਾਹਰ ਆਵੋ ਗੋਰੀ ਅਰਕਾਰੀ ਦੇ ਆਪਣੇ ਅਗੂਆ ਪਿਛੂਆ ਕਰ ਬਾਰ ਤਜੋ ਪਤਲੀ ਅਰ ਭਾਰੀ ਜੋ ਨਹਿ ਦਿਓ ਕਹਿਓ ਹਰ ਜੀ ਤਸਲੀਮ ਕਰੋ ਕਰ ਜੋਰ ਹਮਾਰੀ। ਅੱਗੋਂ ਗੋਪੀਆਂ ਤਰਲੇ ਕਰਦੀਆਂ ਹਨ ਕਿ ਉਹ ਨੰਗੀਆਂ ਪਾਣੀ ਵਿੱਚੋਂ ਬਾਹਰ ਕਿਵੇਂ ਆਉਣ ਅਤੇ ਮਾਂ ਜਸ਼ੋਦਾ ਨੂੰ ਸ਼ਿਕਾਇਤ ਲਾਉਣ ਦਾ ਡਰ ਪਾਉਂਦੀਆਂ ਹਨ, ਪਰ ਕ੍ਰਿਸ਼ਨ ਇਹੋ ਕਹਿੰਦਾ ਹੈ ਕਿ ਭਾਵੇਂ ਕੁਝ ਹੋਵੇ ਉਹਨਾਂ ਦਾ ਪੂਰਾ ਨੰਗੇਜ ਵੇਖੇ ਬਿਨਾਂ ਕੱਪੜੇ ਨਹੀਂ ਦੇਵੇਗਾ। ਫਿਰ ਵੀ ਗੋਪੀਆਂ ਕਹਿੰਦੀਆਂ ਹਨ, ਫੇਰ ਕਹੀ ਮੁਖ ਤੇ ਮਿਲ ਗੋਪਨ ਨਿਹ ਲਗੇ ਹਰ ਜੀ ਨਹਿ ਜੋਰੀ ਨੈਣਨ ਸਾਥ ਲਗੇ ਸੋ ਨੇ ਕਹੇ ਮੁਖ ਤੇ ਇਹ ਸਾਵਲ ਗੋਰੀ ਕਾਨ ਕਹੀ ਹੱਸ ਕੇ ਬਾਤ ਸੁਨੇ ਰਤ ਚੀਤ ਕਹੋ ਮਮ ਹੋਰੀ ਆਖਨ ਸਾਥ ਲਗੇ ਟਕਵਾ
ਫੁਨ ਹਾਥਨ ਲਗੇ ਸੁਭ ਸੋਰੀ। ਕ੍ਰਿਸ਼ਨ ਜੀ ਫਰਮਾਉਂਦੇ ਹਨ ਕਿ ਅੱਖੀਆਂ ਨਾਲ ਨੀਝ ਲਾ ਕੇ ਤੁਹਾਡਾ ਨੰਗੇਜ ਵੇਖਣ ਨਾਲ ਆਈ ਉਤੇਜਨਾ ਨੂੰ ਪੂਰਾ ਆਨੰਦ ਦਾ ਤੀਰ ਹੱਥਾਂ ਅਥਵਾ ਸਰੀਰਾਂ ਦੀ ਛੋਹ ਨਾਲ ਹੀ ਖੁੱਭਣਾ ਹੈ। ਕ੍ਰਿਸ਼ਨ ਦੀ ਦਲੀਲ ਕਾਟ ਕਰ ਗਈ ਅਤੇ ਫਿਰ ਦੈ ਅਗੁਆ ਪਿਛੁਆ ਆਪਣੇ ਕਰ ਪੈ, ਸਭ ਹੀ ਜਲ ਤਿਆਗ ਖਰੀ ਹੈ। ਕਾਨ ਕੇ ਪਾਏ ਪਰੀ ਬਹੁ ਬਾਰਨ, ਔ ਬਿਨਤੀ ਬਹੁ ਭਾਂਤ ਕਰੀ ਹੈ। ਦੇ ਕਹਿਓ ਹਮਰੀ ਸਰੀਆ ਤੁਮ, ਜੋ ਕਰ ਕਹਿ ਸ਼ਲ ਸਾਥ ਹਰੀ ਹੈ। ਜੋ ਕਹਿ ਹੋ ਮਨ ਹੈ ਹਮ ਸੋ, ਅਤ ਹੀ ਸਭ ਸੀਤੇ ਸਾਥ ਠਰੀ ਹੈ। ਆਪਣੇ ਅੱਗੇ ਤੇ ਪਿੱਛੇ ਹੱਥ ਦੇ ਕੇ ਪਾਣੀ ਵਿੱਚੋਂ ਬਾਹਰ ਆ ਕੇ ਖੜੀਆਂ ਹੋ ਗਈਆਂ ਅਤੇ ਫਿਰ ਕ੍ਰਿਸ਼ਨ ਦੇ ਪੈਰੀਂ ਪੈ ਕੇ ਕਈ ਢੰਗਾਂ ਨਾਲ ਬੇਨਤੀਆਂ ਕੀਤੀਆਂ। ਸਾਡੀਆਂ ਸਾੜੀਆਂ ਜੋ ਧੋਖੇ ਨਾਲ ਚੁਰਾਈਆਂ ਹਨ ਉਹ ਮੋੜ ਦੇ। ਪਾਲੇ ਵਿੱਚ ਠੰਡ ਵਿੱਚ ਜੋ ਤੂੰ ਕਿਹਾ ਸੀ ਅਸਾਂ ਮੰਨ ਲਿਆ ਹੈ। ਅਸੀਂ ਠੰਡ ਨਾਲ ਆਤੁਰ ਹਾਂ, ਸਾਡੇ ਕੱਪੜੇ ਦੇ। ਅੱਗੋਂ ਫਿਰ ਕ੍ਰਿਸ਼ਨ ਹੱਸ ਕੇ ਕਹਿੰਦਾ ਹੈ ਕਿ ਕੀ ਹੋਰ ਵੀ ਜੋ ਮੈਂ ਕਹਾਂਗਾ ਉਹ ਮੰਨੋਗੀਆਂ? ਫਿਰ ਜੋ ਮੰਗ ਕਰਦਾ ਹੈ ਉਹ ਸਭ ਕੁਝ ਦਸਮ ਗ੍ਰੰਥ ਦੀ ਹੀ ਬੋਲੀ ਵਿੱਚ ਪੜੋ। ਕਾਨ ਕਹੀ ਹਸ ਬਾਤ ਤਿਨੈ, ਕਹਿ ਹੈ ਮਨ ਜੋ ਤੁਮ ਸੋ ਮਨ ਹੋ। ਸਭ ਮੁਖ ਚੂਮਨ ਦੇਹੋ, ਕਹਿਓ ਚੁਮ ਹੈ ਹਮ ਹੂੰ ਤੁਮ ਹੂੰ ਗਨ ਹੋ। ਅਰ ਤੋਰਨ ਦੇਹੋ ਹਾਇਓ ਸਭ ਹੀ ਕੁਛ, ਨਾਤਰ ਹਉ ਤੁਮ ਕੋ ਹਨ ਹੋ। ਤਬ ਹੀ ਪਟ ਦਿਓ ਸਭੇ ਤੁਮਰੇ, ਇਹ ਝੂਠ ਨਹੀਂ ਸਤ ਕਹਿ ਜਨ ਹੋ। ਗਿਣ ਕੇ ਗਿਣਤੀਆਂ ਕਰਕੇ ਭਾਵ ਸਾਰੀਆਂ ਦਾ ਮੂੰਹ ਚੁੰਮਾਂਗਾ, ਕਿਸੇ ਨੂੰ ਖਿਸਕਣ ਨਹੀਂ ਦਿਆਂਗਾ। ਕ੍ਰਿਸ਼ਨ ਜੀ ਲਾਚਾਰ ਬੀਬੀਆਂ ਕੋਲੋਂ ਸ਼ਰਤਾਂ ਮਨਵਾ ਰਹੇ ਹਨ ਕਿ ਜੇ ਉਹ ਸਾਰੀਆਂ ਆਪਣਾ ਮੂੰਹ ਚੁੰਮਣ ਦੇਣਗੀਆਂ ਅਤੇ ਛਾਤੀਆਂ ਪਟਵਾਉਣੀਆਂ ਮੰਨਣ ਤਦ ਹੀ ਕੱਪੜੇ ਦੇਵੇਗਾ, ਅਤੇ ਜੇ ਮੁਕਰੀਆਂ ਤਾਂ ਕੁੱਟਣ ਦੀ ਧਮਕੀ ਵੀ ਦੇ ਰਿਹਾ ਹੈ। ਜਦ ਭਗਵਾਨ ਹੀ ਇਹੋ ਜਿਹੀਆਂ ਕਰਤੂਤਾਂ ਕਰਦਾ ਹੋਵੇ ਤਾਂ ਉਸ ਦੇ ਭਗਤਾਂ ਨੇ ਤਾਂ ਆਪੇ ਹੀ 10 ਕਦਮ ਅੱਗੇ ਜਾਣਾ ਹੋਇਆ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ। ਫੇਰ ਕਹੀ ਮੁਖ ਤੇ ਹਰ ਜੀ, ਸੋਨਰੀ ਇੱਕ ਬਾਤ ਕਹੂੰ ਸੰਗ ਤੇਰੇ। ਜੋਰ ਪ੍ਰਾਨ ਕਰਤੋ ਕਰ ਸੋ ਤੁਮ, ਕਾਮ ਕਰਾ ਉਪਜੀ ਜੀ ਮੇਰੇ। ਤੋ ਹਮ ਬਾਤ ਕਹੀ ਤੁਮ ਸੋ, ਜਬ ਘਾਤ ਬਨੀ ਸਭ ਠੌਰ ਅਕੇਰੇ। ਦਾਨ ਲਹੈਂ ਜੀ ਕੋ ਹਮ ਹੂੰ, ਸਹਿ ਕਾਨ ਕਹੀ ਤੁਮਰੋ ਤਨ ਹੇਰੇ। ਮੇਰੇ ਜੀ ਵਿੱਚ ਤੁਹਾਡੇ ਨਾਲ ਕਾਮ ਚੇਸ਼ਟਾ ਸੰਭੋਗ ਕਰਨ ਦੀ ਇੱਛਾ ਜਾਗ ਪਈ ਹੈ। ਤੁਹਾਡਾ ਨਗਨ ਸਰੀਰ ਦੇਖ ਕੇ ਅਤੇ ਢੁਕਵਾਂ ਸਮਾਂ ਵੇਖ ਕੇ ਹੀ ਇਹ ਮੰਗ ਕੀਤੀ ਹੈ ਕਿ ਮੈਂ ਤੁਹਾਡੇ ਨਾਲ ਭੋਗ ਕਰਨਾ ਚਾਹੁੰਦਾ ਹਾਂ। ਨੋਟ ਅਰਥ ਭਾਈ ਰਣਧੀਰ ਸਿੰਘ ਵਾਲੇ ਲਿਖੇ ਜਾ ਰਹੇ ਹਨ। ਇਸ ਤੋਂ ਅਗਲਾ ਗੋਪੀ ਬਾਚ ਸਵਈਆ ਉਹੀ ਹੈ ਜੋ ਭਾਗਵਤ ਪੁਰਾਣ ਵਿੱਚੋਂ ਲਿਖਿਆ ਜਾ ਚੁੱਕਾ ਹੈ। ਉੱਥੇ ਇਸ ਨੂੰ 2 ਨੰਬਰ ਦਿੱਤਾ ਗਿਆ ਹੈ, ਪਰ ਦਸਮ ਗ੍ਰੰਥ ਵਿੱਚ 269 ਨੰਬਰ ਹੈ। ਅਸਾਂ ਪੜ੍ਹਿਆ ਸੀ ਕਿ ਉਸ ਸਵਈਏ ਵਿੱਚ ਗੋਪੀਆਂ ਭਗਵਾਨ ਨੂੰ ਕਹਿੰਦੀਆਂ ਹਨ, ਤੂੰ ਅਜੇ ਛੋਟੀ ਉਮਰ ਦਾ ਹੈ, ਤੈਨੂੰ ਤਾਂ ਆਪਣੇ ਘਰ ਹੀ ਖੇਲਣਾ ਚਾਹੀਦਾ ਹੈ। ਤੇਰਾ ਪਿਓ ਨੰਦ ਅਤੇ ਮਾਤਾ ਜਸ਼ੋਦਾ ਸੁਣ ਕੇ ਦੁਖੀ ਹੋਣਗੇ ਅਤੇ ਭਗਵਾਨ ਨੂੰ ਅਕਲ ਦਿੰਦੀਆਂ ਹੋਈਆਂ ਗੋਪੀਆਂ ਉਸ ਨੂੰ ਕਹਿੰਦੀਆਂ ਹਨ ਕਿ ਹੇ ਕਾਨ, ਇਹ ਘਟੀਆ ਗੱਲਾਂ ਕਹਿ ਕੇ ਤੂੰ ਹਲਕਾ ਹੋ ਗਿਆ ਹੈ, ਭਾਵ ਤੂੰ ਬਦਨਾਮ ਹੋ ਜਾਵੇਂਗਾ। ਜ਼ੋਰ ਨਾਲ ਵੀ ਕਦੇ ਪਿਆਰ ਪਿਆ ਹੈ, ਤੂੰ ਤਾਂ ਧੱਕਾ ਕਰ ਰਿਹਾ ਹੈ। ਅਜੇ ਤੂੰ ਲੜਕਾ ਹੈ, ਭਾਵ ਬਾਲ ਉਮਰ ਹੈ, ਤੈਨੂੰ ਇਨ੍ਹਾਂ ਕੰਮਾਂ ਵਿੱਚ ਅਜੇ ਨਹੀਂ ਪੈਣਾ ਚਾਹੀਦਾ। ਅੱਗੇ 277 ਸਵਈਏ ਤਾਈਂ ਕ੍ਰਿਸ਼ਨ ਭਗਵਾਨ ਨੰਗੀਆਂ ਖਲੋਤੀਆਂ ਗੋਪੀਆਂ ਦੇ ਮੁਖੜੇ, ਹਿਰਨਾਂ ਵਰਗੇ ਨੈਣਾ, ਮੋਤੀਆਂ ਵਰਗੇ ਦੰਦਾਂ ਦੀ ਸ਼ੋਭਾ ਕਰ ਕਰਕੇ ਇਸ਼ਕ ਕਰਨ ਵਿੱਚ ਆਪਣੀ ਨਿਪੁੰਨਤਾ ਦਾ ਪ੍ਰਭਾਵ ਪਾਉਂਦਾ ਹੈ ਅਤੇ ਗੋਪੀਆਂ ਦੀ ਤਸੱਲੀ ਕਰਵਾਉਂਦਾ ਹੈ ਕਿ ਕ੍ਰਿਸ਼ਨ ਨੂੰ ਬਾਲ ਨਾ ਸਮਝਣ, ਜਵਾਨਾਂ ਨਾਲੋਂ ਕਿਤੇ ਵੱਧ ਸਾਬਤ ਹੋਵੇਗਾ। ਉਸ ਤੋਂ ਅਗਲਾ ਵਾਰਤਾਲਾਪ ਇਸ ਪ੍ਰਕਾਰ ਹੈ। ਕਾਨ ਕਹੀ ਹੱਸ ਕੇ 300, ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ। ਡੇਰਨ ਨਾਹੇ ਕਹੀਂ ਤੁਮਰੇ, ਇਹ ਤੇ ਤੁਮਰੋ ਕਛੂ ਨਾਹਨ ਸੀਜੈ। ਕਾਨ ਦੀਆਂ ਗੱਲਾਂ ਸੁਣ ਕੇ ਉਹਨਾਂ ਨੰਗੀਆਂ ਦੇ ਅੰਦਰ ਵੀ ਕਾਮ ਵਾਸ਼ਨਾ ਜਾਗ ਪੈਣ ਕਾਰਨ ਗੋਪੀਆਂ ਨੇ ਆਤਮ ਸਮਰਪਣ ਦਾ ਫੈਸਲਾ ਕਰ ਲਿਆ।
जोर प्रणाम करो हर को कर, आपस में कह मुस्कानी। श्याम लगी कहने मुख ते, सब ही गुपियाँ मिल अमृत बानी। हो प्रसन्न कहो हम पै, करो बात कही तुम सो हम मानी। अंतर नाहे रह्यो ए जा, अब सो भली जो तुम मन पानी। हुण कोई भेद फर्क नहीं रहा, जो तेरा दिल करदा है कर ले असीं त्यार हां। काम से बान बनी बरशी, भुरटे थन से दृग सुंदर तेरे। आनन है सस सो अलकै हर, मोहे रहे मन रंचक हेरे। तो तुम साथ करी बिनती, जब काम करा उपजी जी मेरे। चुंबन देहो कहो सब ही मुख, सहो हमें कह है नह डेरे। होए प्रसन्न सबे गुपियाँ मिल, मां लई जो कान कही है। जोर हुलास बढ़ियो जी में, गिनती सरता मग ने बही है। शंख छुटी देहूं के मन ते, हस के हर तो ये बात कही है। बात सुनो हमरी तुम हो, हमको निध आनंद आज लही है। आनंद दी नदी ही चल निकली, इन्ना स्वाद आया कि कोई गिणती मिणती ना रही। नोट भगवान ਆਪਣੀਆਂ ਭਗਤਨੀਆਂ ਨੂੰ ਕਾਮ ਚੇਸ਼ਟਾ ਦਾ ਆਨੰਦ ਦੇ ਰਿਹਾ ਹੈ। ਖਜ਼ਾਨਾ ਕਾਮ ਕੀੜਾ ਨਾਲ ਇੰਨਾ ਆਨੰਦ ਆਇਆ ਕਿ ਗਵਾਲਣਾ ਭਗਵਾਨ ਨੂੰ ਕਹਿੰਦੀਆਂ ਹਨ ਕਿ ਅੱਜ ਤਾਂ ਆਨੰਦ ਦਾ ਖਜ਼ਾਨਾ ਹੀ ਮਿਲ ਗਿਆ ਹੈ। ਅੱਗੇ ਜੋ ਭਾਣਾ ਵਰਤਿਆ ਉਸ ਦਾ ਵੇਰਵਾ ਭਾਗਵਤ ਪੁਰਾਣ ਵਿੱਚੋਂ ਪੜ੍ਹ ਚੁੱਕੇ ਹਾਂ। ਬਾਰ-ਬਾਰ ਆਚਰਨਹੀਣਤਾ ਦਾ ਤਾਂ ਸੰਕਲਪ ਵੀ ਕਰਨਾ ਇਨਸਾਨੀਅਤ ਦੇ ਗੁਣਾਂ ਲਈ ਹਾਨੀਕਾਰਕ ਮੰਨਿਆ ਗਿਆ ਹੈ। ਕ੍ਰਿਸ਼ਨ ਜੀ ਦੇ ਬਿੰਦਰਾਬਨ ਵਿਚਲੀ ਰੰਗਸ਼ਾਲਾ ਦੀ ਸਟੇਜ ਦੇ ਨਜ਼ਾਰਿਆਂ ਦਾ ਹੋਰ ਪੱਖ ਵੀ ਵੇਖ ਲਈਏ। ਬਨ ਵਿੱਚ ਗਊ ਚਾਰਦਿਆਂ ਕ੍ਰਿਸ਼ਨ ਜੀ ਅਤੇ ਉਹਨਾਂ ਦੇ ਸਾਥੀ ਗਵਾਲਿਆਂ ਲਈ ਬ੍ਰਾਹਮਣ ਇਸਤਰੀਆਂ ਜੋ ਭੋਜਨ ਤਿਆਰ ਕਰਕੇ ਲਿਆਈਆਂ, ਉਸ ਦਾ ਵੇਰਵਾ ਕ੍ਰਿਸ਼ਨ ਅਵਤਾਰ ਦਾ ਲਿਖਾਰੀ ਸਿਆਮ ਕਵੀ, ਜਿਸ ਨੂੰ ਗਿਆਨੀ ਈਸ਼ਰ ਸਿੰਘ ਦਸ਼ਮੇਸ਼ ਜੀ ਕਹਿ ਰਿਹਾ ਹੈ, ਇਉਂ ਲਿਖਦਾ ਹੈ। ਸਾਲਨ ਓ ਅਖਨੀ ਬਿਰਿਆ, ਜਿਜ ਤਾਹਰੀ ਔਰ ਪੁਲਾਵ ਕਨੇ। ਨੁਗਦੀ ਅਰ ਸੇਵਕੀਆਂ ਚਿਰਵੇ, ਲੱਡੂਆਂ ਅਰ सूत भले हूँ बने। फुन खीर दही अर दूध के साथ, बरे बहु और न जात गने। ये खाए चलियो भगवान गृहों, कहो श्याम कबीसर भाव गने। मास दा पलाओ, मटर जां वड़ियां आदि पा के बने सलूने। घिओ भुनवे चौल, वेसन दियां बणियां तलियां होईयां मोटियां सलूणियां सेवियां। चौल ਭਿਉਂ ਕੇ ਜਾਂ ਥੋੜੇ ਉਬਾਲ ਕੇ ਭੱਠੀ ਵਿੱਚ ਭੁੰਨ ਕੇ ਚਪਟੇ ਕਰ ਲਈਦੇ ਹਨ। ਚਿੜਵੇ ਪੂਰਬੀਆਂ ਦਾ ਮਨ ਭਾਉਂਦਾ ਖਾਜਾ ਹੈ। ਕ੍ਰਿਸ਼ਨ ਨੂੰ ਭਗਵਾਨ ਆਖ ਕੇ ਉਸ ਦੀ ਪੂਜਾ ਕਰਨ ਵਾਲਿਆਂ ਨੇ ਜਿੱਥੇ ਉਸ ਨੂੰ ਬਾਲ ਉਮਰ ਵਿੱਚ ਲੋਕਾਂ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਦਾ ਅਤੇ ਹਰਨੀਆਂ ਪਿੱਛੇ ਹਰਨ ਬਣਿਆ ਹੋਇਆ ਉਹਨਾਂ ਦੀਆਂ ਕੁੱਖਾਂ ਹਰੀਆਂ ਕਰਦਾ ਵਿਖਾਇਆ ਹੈ, ਉਥੇ ਨਾਲ ਹੀ ਉਸ ਲਈ ਕਈ ਰੰਗਾਂ ਦਾ ਮਾਸ ਬਣ ਕੇ ਆਉਂਦਾ ਵੀ ਵਿਖਾ ਦਿੱਤਾ ਹੈ। ਨਾਰਾ ਜੀ ਜਿਸ ਕ੍ਰਿਸ਼ਨ ਨੂੰ ਕਲਗੀਧਰ ਹੋਣਾ ਦੱਸ ਰਿਹਾ ਹੈ, ਉਸ ਭਗਵਾਨ ਦੇ ਬ੍ਰਿੰਦਾਬਨ ਦੀ ਰੰਗਸ਼ਾਲਾ ਵਿੱਚ ਗੋਪੀਆਂ ਨਾਲ ਮੇਲ ਮਿਲਾਪ ਦੇ ਕੁਝ ਹੋਰ ਰੰਗ ਵੇਖ ਲਓ। ਜਬੇ ਕ੍ਰਿਸ਼ਨ ਸੰਗ ਗੋਪੀਆਂ ਕਰੀ ਮਨੁੱਖੀ ਬਾਣ, ਸਭ ਗੋਪੀ ਤਬ ਜਿਉ ਲਖਿਓ, ਭਇਓ ਬਸੈ ਭਗਵਾਨ। ਮਰਦਾਂ ਵਾਲੀ ਆਦਤ, ਨਰ ਨਾਰੀ ਵਾਲਾ ਸੰਜੋਗ, ਭੋਗ ਵਿਲਾਸ। ਕ੍ਰਿਸ਼ਨ ਭਗਵਾਨ ਹੁਣ ਕਾਬੂ ਆ ਗਏ ਹਨ। ਪਰਾਈ ਇਸਤਰੀ ਦਾ ਸੰਗ ਕਰਕੇ ਚੰਗੇ ਮਨੁੱਖ ਦੀ ਆਤਮਾ ਜ਼ਖਮੀ ਹੋ ਜਾਂਦੀ ਹੈ ਅਤੇ ਮੁੜ ਉਸ ਇਸਤਰੀ ਦੇ ਸਾਹਮਣੇ ਸ਼ਰਮਿੰਦਗੀ ਮੰਨ ਕੇ ਧੌਣ ਨੀਵੀਂ ਰੱਖਦਾ ਹੈ। ਡਰਦਾ ਹੈ ਕਿ ਕਿਤੇ ਉਹ ਇਸਤਰੀ ਉਸ ਨੂੰ ਬਦਨਾਮ ਨਾ ਕਰ ਦੇਵੇ। ਮਾਨੋ ਅਜਿਹੀ ਔਰਤ ਮਨੁੱਖ ਨੂੰ ਆਪਣੇ ਕਾਬੂ ਆਇਆ ਮੰਨਦੀ ਹੈ। ਅਰਥਾਤ ਜਦੋਂ ਕ੍ਰਿਸ਼ਨ ਜੀ ਨੇ ਭਗਵਾਨ ਵਾਲੀ ਮਿਹਰ ਨਹੀਂ, ਮਰਦਾਂ ਵਾਲੀ ਆਦਤ ਅਨੁਸਾਰ ਗੋਪੀਆਂ ਨਾਲ ਸੰਜੋਗ ਭੋਗ ਕਰ ਲਿਆ, ਤਾਂ ਗੋਪੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਭਗਵਾਨ ਉਹਨਾਂ ਦੇ ਕਾਬੂ ਆ ਗਿਆ ਹੈ। ਕਾਨ ਛੋ ਚਾਹੇ ਗਵਾਰਨ ਕੋ, ਸੋ ਭਾਗ ਚਲੇ ਨੇ ਦੇਤ ਸੁਹਾਈ। ਜਿਉ ਮ੍ਰਿਗਨੀ ਆਪਣੇ ਪਤ ਕੋ ਰਤ, ਕੇਲ ਸਮੇਂ ਨਹਿ ਦੇਤ ਮਿਲਾਈ। ਲਿਖਾਰੀ ਚੰਗੀ ਤਰ੍ਹਾਂ ਸਮਝਾ ਰਿਹਾ ਹੈ
ਕਿ ਬ੍ਰਿੰਦਾਬਨ ਵਿੱਚ ਜਦੋਂ ਵੀ ਕ੍ਰਿਸ਼ਨ ਗੋਪੀਆਂ ਨਾਲ ਖੇਡ ਤਮਾਸ਼ੇ ਕਰਦਾ ਸੀ ਤਾਂ ਉਹ ਉਸ ਹਰਨ ਵਾਂਗ ਹੀ ਹੁੰਦਾ ਸੀ ਜੋ ਹਿਰਨੀਆਂ ਦੇ ਇੱਜੜ ਵਿੱਚ ਹੁੰਦਾ ਹੈ। ਜਿਵੇਂ ਹਿਰਨੀਆਂ ਆਪਣੇ ਪਤੀ ਹਿਰਨ ਨੂੰ ਅੱਗੇ ਅੱਗੇ ਭੱਜ ਕੇ ਸਤਾਉਂਦੀਆਂ ਹਨ ਅਤੇ ਛੇਤੀ ਦੇਣੀ ਮਲਾਈ ਨਹੀਂ ਕਰਨ ਦਿੰਦੀਆਂ, ਉਸੇ ਤਰ੍ਹਾਂ ਹੀ ਗੋਪੀਆਂ ਕਰਦੀਆਂ ਸਨ। ਕ੍ਰਿਸ਼ਨ ਦੌੜ ਦੌੜ ਕੇ ਉਹਨਾਂ ਨੂੰ ਕਾਬੂ ਕਰਦਾ ਸੀ। ਭਾਗਵਤ ਪੁਰਾਣ ਵਾਂਗ ਹੀ ਸਿਆਮ ਕਵੀ ਨੇ ਗੋਪੀਆਂ ਦੇ ਝੁੰਡ ਵਿੱਚ ਕ੍ਰਿਸ਼ਨ ਦਾ ਰੂਪ ਉਹੀ ਦਰਸਾਇਆ ਹੈ ਜੋ ਹੀਰੇ ਹਿਰਨ ਦਾ ਆਪਣੀਆਂ ਹਿਰਨੀਆਂ ਦੇ ਵੱਗ ਵਿੱਚ ਹੁੰਦਾ ਹੈ। ਕਿਸ ਦਲੀਲ ਨਾਲ ਅਜਿਹੇ ਸਬੰਧ ਨੂੰ ਭਗਵਾਨ ਅਤੇ ਭਗਤ ਵਾਲਾ ਪਵਿੱਤਰ ਪ੍ਰੇਮ ਕਿਹਾ ਜਾ ਸਕਦਾ ਹੈ? ਜੇ ਹਿਰਨੀਆਂ ਦਾ ਹਿਰਨ ਨਾਲ ਪਿਆਰ ਭਗਤੀ ਭਾਵ ਵਾਲਾ ਹੁੰਦਾ ਹੈ ਤਾਂ ਫਿਰ ਕਾਮ ਭੁੱਖ ਗ੍ਰਸਿਆ ਪਿਆਰ ਕਿਸ ਨੂੰ ਕਿਹਾ ਜਾਂਦਾ ਹੈ? ਪਸ਼ੂਆਂ ਵਾਲੇ ਆਚਰਨ ਦੇ ਮਾਲਕ ਭਗਵਾਨ ਦਾ ਸਿਮਰਨ ਭਗਤ ਨਾਮਦੇਵ ਜੀ ਕਿਵੇਂ ਕਰ ਸਕਦੇ ਹਨ? ਭਗਤ ਜੀ ਦਾ ਕ੍ਰਿਸ਼ਨ ਉਹੀ ਸੀ ਜਿਸ ਨੂੰ ਉਹ ਕਰੀਮਾ, ਰਹੀਮਾ, ਅੱਲਾ ਤੂੰ ਗਨੀ ਆਦਿ ਇਸਲਾਮੀ ਨਾਵਾਂ ਨਾਲ ਬੁਲਾਉਂਦੇ ਸਨ। ਨਾਰਾ ਜੀ ਦੇ ਕਲਗੀਧਰ ਕਵੀ ਸਿਆਮ ਜੀ ਨੇ ਕ੍ਰਿਸ਼ਨ ਜੀ ਦਾ ਇੱਕ ਹੋਰ ਰੂਪ ਵੀ ਪੇਸ਼ ਕੀਤਾ ਹੈ। ਲਿਖਦੇ ਹਨ ਕਿ ਜਦੋਂ ਔਧ ਦੀ ਰਾਜਕੁਮਾਰੀ ਨੂੰ ਜਿੱਤ ਕੇ ਦੁਆਰਕਾ ਪੁੱਜੇ ਤਾਂ ਕ੍ਰਿਸ਼ਨ ਜੀ ਅਰਜੁਨ ਨੂੰ ਨਾਲ ਲੈ ਕੇ ਬਾਗ ਵਿੱਚ ਸੈਰ ਕਰਨ ਨਿਕਲ ਤੁਰੇ। ਉੱਥੇ ਸੇਵਾਦਾਰਾਂ, ਹੋਰ ਲੋੜਵੰਦਾਂ ਅਤੇ ਮੰਗਤਿਆਂ ਨੂੰ ਭੋਜਨ ਦਿੱਤਾ। ਆਪਣੇ ਖਾਣ ਪੀਣ ਅਤੇ ਸ਼ੁਗਲ ਮੇਲੇ ਵਾਸਤੇ ਜੋ ਕੁਝ ਮੰਗਵਾਇਆ, ਸਿਆਮ ਕਵੀ ਜੀ ਨੇ ਉਸ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ। ਜੀਤ ਸੁਵੰਬਰ ਮੈਂ ਹਰ ਔਧ ਕੇ, ਭੂਪਤ ਕੀ ਦੁਹਤਾ ਜਬ ਆਇਓ, ਬਾਗ ਕੇ ਭੀਤਰ ਸੈਲ ਕਰੇ, ਸੰਗ ਪਾਰਥ ਥੇ ਚਿਤ ਮੈਂ ਠਹਿਰਾਇਓ, ਪੋਸਤ ਭਾਂਗ ਅਫੀਨ ਘਨੋ ਮਦ, ਪੀਵਨ ਕੇ ਤਿਨ ਕਾਜ ਮੰਗਾਇਓ, ਮੰਗਨ ਲੋਗਨ ਬੋਲ ਪਠਿਓ, ਜਨ ਆਵਤ ਥੇ ਜਨ ਪਾਰ ਨ ਪਾਇਓ। ਸਵੰਬਰ ਜਿੱਤ ਕੇ ਵਾਪਸ ਆਏ ਤਾਂ ਬਾਗ ਵਿੱਚ ਜਾ ਕੇ ਟਹਿਲਣ ਲੱਗੇ, ਸੈਰ ਕਰਨ ਲੱਗੇ ਤੇ ਆਪਣੇ ਪੀਣ ਲਈ ਬਹੁਤ ਸਾਰੀ ਸ਼ਰਾਬ ਮੰਗਵਾ ਲਈ। ਨੋਟ ਨਸ਼ਿਆਂ ਦੀ ਕਮੀ ਰਹਿੰਦੀ ਸੀ, ਸਿਆਮ ਜੀ ਨੇ ਉਹ ਵੀ ਪੂਰੀ ਕਰ ਦਿੱਤੀ। ਬ੍ਰਾਹਮਣ ਆਪਣੇ ਇਸ਼ਟ ਨੂੰ ਵੀ ਭੰਡਣੋਂ ਨਹੀਂ ਟਾਲਦਾ। ਇਹ ਸੱਚੀ ਗੱਲ ਵੀ ਨਾਰਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਲਿਖੀ ਹੈ। ਪਤਾ ਨਹੀਂ ਨਾਰਾ ਜੀ ਕ੍ਰਿਸ਼ਨ ਜੀ ਦੇ ਇਸ ਪੱਖ ਨੂੰ ਕਿਉਂ ਲੁਕਾ ਰਹੇ ਹਨ। ਸਵਈਆ ਬਹੁ ਰਾਮ ਜਨੀ ਤਿਹ ਨਾਚਤ ਹੈ, ਇੱਕ ਝਾਂਜਰ ਬੀਨ ਮਿਰਦੰਗ ਬਜਾਵੈ, ਦੈ ਇੱਕ ਝੂਮਕ ਆਵਤ ਹੈ, ਇੱਕ ਭਾਮਨ ਦੈ ਹਰ ਝੂਮਕ ਜਾਵੈ, ਕਾਨ ਪਟੰਬਰ ਦੇਤ ਤਿਨੇ, ਮਨ ਲਾਲ ਕਨੇ ਚਿਤ ਕੋ ਜੂ ਰਜਾਵੈ, ਸਿਆਮ ਪਨੇ ਬਹੁਮੋਲ ਖਰੇ, ਸੁਰ ਰਾਜੇ ਕੋ ਕਉ ਹਾਥ ਨਾ ਆਵੇਂ। ਹਿੰਦੂ ਮੰਦਰਾਂ, ਖਾਸ ਕਰਕੇ ਕ੍ਰਿਸ਼ਨ ਨਾਲ ਸੰਬੰਧਿਤ ਮੰਦਰਾਂ ਵਿਚਲੀਆਂ ਮੂਰਤੀਆਂ ਦੀ ਭੇਟੇ ਕੀਤੀਆਂ ਹੋਈਆਂ ਲੜਕੀਆਂ ਜੋ ਬਹੁਤਾ ਕਰਕੇ ਨੱਚਦੀਆਂ ਗਾਉਂਦੀਆਂ ਤੇ ਪੇਸ਼ਾ ਕਮਾਉਂਦੀਆਂ ਹਨ, ਧਾਰਮਿਕ ਦੁਰਾਚਾਰਨਾਂ, ਵੇਸਵਾਵਾਂ, ਕਾਮ ਵਾਸ਼ਨਾ ਨਾਲ ਭਰੀਆਂ ਨਾਰਾਂ ਭਗਵਾਨ ਕ੍ਰਿਸ਼ਨ ਨੂੰ ਹੁਲਾਰਾ ਦੇ ਜਾਂਦੀਆਂ ਸਨ। ਅਖਾੜੇ ਵਿੱਚ ਨੱਚਦੀ ਕੰਜਰੀ ਸ਼ਰਾਬੀਆਂ ਨਾਲ ਕਲੋਲਾਂ ਕਰਦੀ ਹੈ ਤੇ ਸ਼ਰਾਬੀ ਝੂਮਦਾ ਹੈ। ਪਾਵਤ ਰਾਮ ਜਨੀ ਨਰ ਕੈ ਧਨ, ਪਾਵਤ ਹੈ ਬਹੁ ਦਾਨ ਗਵਈਆ, ਏਕ ਰਜਾਵਤ ਹੈ ਹਰ ਕੋ, ਕਬ ਸਿਆਮ ਪਨੇ ਪੜ ਸ਼ੰਤ ਸਵਈਆ, ਔਰ ਦਿਸ਼ਾ ਹੈ ਬਿਖੇ ਬਨੇ, ਮਿਲ ਨਾਚਤ ਹੈ ਕਰ ਗਾਨ ਪਵਈਆ, ਕੌਣ ਕਮੀ ਕਹੋ ਹੈ ਤਿਨ ਕੋ, ਜੋ ਸ੍ਰੀ ਜਦ ਵੀਰ ਕੇ ਧਾਮ ਅਵਈਆ। ਫੇਰੀਆਂ, ਘੁੰਮਣ ਘਰੀਆਂ ਲੈ ਕੇ ਨੱਚਣ ਵਾਲੇ, ਨਾਚੇ ਨਾਚੀਆਂ ਆਦਿ। ਸਵਈਆ ਤਿਨ ਕੋ ਬਹੁ ਦੇ ਸਾਂਕ ਪਦਾਰਥ ਲੈ, ਹਰ ਭੋਜਨ ਕੀਆ ਭੂਪ ਮੈਂ ਪਗ ਧਾਰਿਓ, ਪੋਸਤ ਭਾਂਗ ਅਫੀਮ ਮੰਗਾਏ, ਪੀਓ ਮਦ ਸ਼ੋਕ ਬਿਦਾ ਕਰ ਡਾਰਿਓ, ਮਤ ਹੋ ਚਾਰੋਨੀ ਕੈਫਨ ਸੋ, ਸੁਤ ਇੰਦਰਨ ਕੈ ਸੋ ਇਮ ਸਿਆਮ ਉਚਾਰਿਓ, ਕਾਮ ਕੀਓ ਬ੍ਰਹਮਾ ਘਟ ਕਿਉ, ਮਦਰਾ ਕੋ ਨਾ ਅਠਮੋ ਸਿੰਧ ਸਵਾਰਿਓ। ਦੋਹਰਾ ਤਬ ਪਾਰਥ ਕਰ ਜੋਰ ਕੈ, ਹਰ ਸਿਉ ਕਹੋ ਸੁਨਾਏ, ਜੜ ਬਾਮਨ ਇਨ ਰਸਨ ਕੋ, ਜਾਣੇ ਕਹਾਂ ਉਪਾਏ। ਜਨਾਨੀ ਜਿੱਤ ਕੇ ਲਿਆਉਣ ਦੀ ਖੁਸ਼ੀ ਮਨਾਉਣ ਦਾ ਢੰਗ ਜੇ ਇੱਕ ਅਵਤਾਰ ਦਾ ਇਹ ਸੀ ਤਾਂ ਉਸ ਦੇ ਭਗਤ ਕੀ ਕੁਝ ਕਰਦੇ ਹੋਣਗੇ। ਗੁਰਵਾਕ ਹੈ, ਜਿਹਾ ਸੇਵੈ ਤੇਹੋ ਹੋਵੇ।
ਕੰਜਰੀਆਂ ਦੇ ਨਾਚ ਵਿੱਚ ਆਪ ਹਿੱਸਾ ਲੈਣਾ, ਪੋਸਤ, ਅਫੀਮ, ਭੰਗ ਅਤੇ ਸ਼ਰਾਬ ਚੌਹਾਂ ਦੇ ਨਸ਼ੇ ਵਿੱਚ ਬਦਮਸਤ ਹੋ ਕੇ ਬ੍ਰਹਮਾ ਨੂੰ ਇਸ ਕਾਰਨ ਮੰਦਕਰਮੀ ਅਥਵਾ ਮੂਰਖ ਕਹਿਣਾ, ਕਿਉਂ ਜੋ ਉਸਨੇ ਸ਼ਰਾਬ ਦਾ ਇੱਕ ਵੱਖਰਾ ਸਮੁੰਦਰ ਨਹੀਂ ਸੀ ਬਣਾਇਆ। ਗਿਆਨੀ ਈਸ਼ਰ ਸਿੰਘ ਜੀ ਨਾਰਾ ਜਿਸ ਬਾਣੀ ਨੂੰ ਕਲਗੀਧਰ ਜੀ ਦੀ ਰਚਨਾ ਦੱਸ ਕੇ ਫਿਰ ਉਸੇ ਦੇ ਆਧਾਰ ਤੇ ਹੀ ਦਸ਼ਮੇਸ਼ ਜੀ ਨੂੰ ਕ੍ਰਿਸ਼ਨ ਭਗਤ ਸਾਬਤ ਕਰ ਰਹੇ ਹਨ, ਉਹਨਾਂ ਨੇ ਉੱਪਰ ਲਿਖੇ ਸਵਈਏ ਕਿਉਂ ਨਹੀਂ ਲਿਖੇ? ਕੀ ਇਹ ਉਸੇ ਗੁਰੂ ਦੀ ਬਾਣੀ ਨਹੀਂ ਸੀ? ਕਿ ਇਹ ਵੀ ਸਭ ਕੁਝ ਸ਼ਰਧਾ ਨਾਲ ਲਿਖਿਆ ਸਭ ਸੱਚ ਹੀ ਨਹੀਂ ਸੀ? ਅਜਿਹੀ ਅਸ਼ਲੀਲ ਅਤੇ ਮਨੁੱਖੀ ਆਚਰਣ, ਖਾਸ ਕਰਕੇ ਅੱਲੜ ਜਵਾਨੀ ਤੇ ਘਾਤਕ ਅਸਰ ਪਾਉਣ ਵਾਲੀ ਬੋਲੀ ਉਸੇ ਬ੍ਰਾਹਮਣ ਦੀ ਲਿਖੀ ਮੰਨਣ ਦੇ ਥਾਂ ਜਿਸ ਬ੍ਰਾਹਮਣ ਨੇ ਆਪਣੇ ਧਰਮ ਗ੍ਰੰਥਾਂ ਵਿੱਚ ਇਸ ਤੋਂ ਵੀ ਨੀਵੀਂ ਪੱਧਰ ਦੀ ਭਾਸ਼ਾ ਲਿਖ ਕੇ ਸਰਬ ਸ੍ਰੀ ਬ੍ਰਹਮਾ, ਵਿਸ਼ਨੂੰ, ਸ਼ਿਵ ਸ਼ੰਕਰ ਜੀ ਆਦਿ ਨੂੰ ਨੀਚ ਕਰਮੀ ਲਿਖਣ ਤੋਂ ਢਿੱਲ ਨਹੀਂ ਕੀਤੀ, ਦਸਮ ਗੁਰੂ ਨਾਨਕ ਜੀ ਦੇ ਪਾਵਨ ਪਵਿੱਤਰ ਨਾਮਣੇ ਨਾਲ ਜੋੜ ਦੇਣ ਲਈ ਪੂਰਾ ਢਿੱਲ ਲਾ ਰਹੇ ਹਨ। ਅਜਿਹੇ ਵਿਦਵਾਨ ਲਖਾਰੀ ਨਿਰੰਕਾਰੀਆਂ ਨਾਲੋਂ ਹਜ਼ਾਰਾਂ ਗੁਣਾ ਵੱਧ ਖਤਰਨਾਕ ਹਨ। ਇਹਨਾਂ ਪੰਥ ਧਰੋਈਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਹਾਏ, ਅੱਜ ਕੌਣ ਦੱਸੇ ਕਿ ਬਾਬਾ ਜਰਨੈਲ ਸਿੰਘ ਜੀ ਨੇ ਨਿਰੰਕਾਰੀਆਂ ਵਾਂਗ ਹੀ ਅਜਿਹੀ ਪੁਸਤਕ ਦੇ ਲਖਾਰੀ ਗਿਆਨੀ ਈਸ਼ਰ ਸਿੰਘ ਨੂੰ ਪੁੱਛਿਆ ਤੱਕ ਵੀ ਕਿਉਂ ਨਹੀਂ ਸੀ। ਰਾਧਾ ਦਾ ਕ੍ਰਿਸ਼ਨ ਨਾਲ ਵਿਆਹ ਨਹੀਂ ਸੀ ਹੋਇਆ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸਿਰਫ ਰਾਧਾ ਦਾ ਹੀ ਕ੍ਰਿਸ਼ਨ ਨਾਲ ਪਵਿੱਤਰ ਪ੍ਰੇਮ ਸੀ, ਭਾਵ ਬਾਕੀ ਇਸਤਰੀਆਂ ਨਾਲ ਕ੍ਰਿਸ਼ਨ ਦਾ ਸਰੀਰਕ ਸੰਬੰਧ ਸੀ, ਪਰ ਕੇਵਲ ਰਾਧਾ ਹੀ ਇੱਕ ਅਜਿਹੀ ਇਸਤਰੀ ਸੀ ਜਿਸ ਨਾਲ ਨਿਰੋਲ ਆਤਮਿਕ ਰਿਸ਼ਤਾ ਸੀ। ਇਸੇ ਕਰਕੇ ਹੀ ਕ੍ਰਿਸ਼ਨ ਦੇ ਨਾਲ ਉਸ ਦੀ ਮੂਰਤੀ ਵੀ ਪੂਜਣ ਯੋਗ ਬਣੀ। ਪਰ ਪੁਰਾਣਾਂ ਦੇ ਲਿਖਾਰੀ ਰਾਧਾ ਜੀ ਦੇ ਪਵਿੱਤਰ ਪਿਆਰ ਵਾਲੀ ਇਸ ਦਲੀਲ ਦੀ ਖੰਡਨਾ ਕਰਕੇ ਰਾਧਾ ਜੀ ਦਾ ਕ੍ਰਿਸ਼ਨ ਜੀ ਨਾਲ ਸੰਬੰਧ ਕਾਂ ਵਾਸਨਾ ਗ੍ਰਸਿਆ ਹੀ ਦੱਸਦੇ ਹਨ। ਉਦਾਹਰਨ ਵਜੋਂ ਸ਼ਿਵ ਪੁਰਾਣ ਦੇ ਖੰਡ 5 ਅਤੇ ਅਧਿਆਇ 7 ਪੰਜਾਬੀ ਅਨੁਵਾਦ ਸਫਾ 299 ਤੇ ਲਿਖਿਆ ਹੈ ਕਿ ਇੱਕ ਵਾਰੀ ਰਾਧਾ ਨੂੰ ਕਿਧਰੇ ਭੇਜ ਕੇ ਵਿਰਜਾ ਨਾਮੀ ਦੇਵੀ ਨਾਲ ਕ੍ਰਿਸ਼ਨ ਭੋਗ ਕਰਨ ਲੱਗ ਪਿਆ। ਫੁੱਟਨੋਟ: ਵਿਰਜਾ ਬਾਰੇ ਮਹਾਨ ਕੋਸ਼ ਦੇ 1103 ਸਫ਼ੇ ਤੇ ਇਸ ਪ੍ਰਕਾਰ ਲਿਖਿਆ ਹੈ, ਵੈਸ਼ਨਵਾਂ ਦੀ ਕਲਪੀ ਇੱਕ ਨਦੀ ਜੋ ਬੈਕੁੰਠ ਵਿੱਚ ਵਹਿੰਦੀ ਹੈ। ਬ੍ਰਹਮ ਵੈਵਰਤ ਅਨੁਸਾਰ ਵਿਰਜਾ ਕ੍ਰਿਸ਼ਨ ਦੀ ਇੱਕ ਪਿਆਰੀ ਸਖੀ ਜਿਸ ਨੇ ਰਾਧਾ ਦੇ ਡਰ ਤੋਂ ਨਦੀ ਦਾ ਰੂਪ ਧਾਰਨ ਕਰ ਲਿਆ ਸੀ। ਪਰ ਜਦ ਕ੍ਰਿਸ਼ਨ ਵਿਰਜਾ ਦੇ ਵਿਜੋਗ ਨਾਲ ਬਹੁਤ ਵਿਆਕੁਲ ਹੋਇਆ ਤਾਂ ਉਸਨੇ ਫਿਰ ਆਪਣਾ ਇਸਤਰੀ ਰੂਪ ਧਾਰ ਲਿਆ। ਇਸ ਵਿਰਜਾ ਨਦੀ ਅਥਵਾ ਭਗਵਾਨ ਦੀ ਸਹੇਲੀ ਦਾ ਟਿਕਾਣਾ ਕਿਸੇ ਧਰਤੀ ਤੇ ਹੋਣਾ ਨਹੀਂ ਦੱਸਿਆ। ਇਸ ਨਦੀ ਦਾ ਪੱਕਾ ਟਿਕਾਣਾ ਗੋਕਲ ਲਿਖਿਆ ਹੈ। ਬ੍ਰਹਮ ਵੈਵਰਤ ਦੇ ਮਤ ਅਨੁਸਾਰ ਗੋਕਲ ਪ੍ਰਕਾਸ਼ ਲੋਕ ਦੇਸ਼ ਅਰਥਾਤ ਵੱਡੇ ਪ੍ਰਕਾਸ਼ ਵਾਲਾ ਦੇਸ਼ ਬੈਕੁੰਠ ਤੋਂ ਬਹੁਤ ਉੱਪਰ ਹੈ। ਇਸ ਦਾ ਵਿਸਤਾਰ 50 ਕਰੋੜ ਯੋਜਨ ਲਿਖਿਆ ਹੈ, ਭਾਵ ਧਰਤੀ ਨਾਲੋਂ ਲੱਖਾਂ ਗੁਣਾ ਵੱਡਾ। ਇਸ ਗੋਲੋਕ ਵਿੱਚ ਹੀ ਕ੍ਰਿਸ਼ਨ ਜੀ ਆਪਣੀਆਂ ਗੋਪੀਆਂ ਅਤੇ ਰਾਧਾ ਨਾਲ ਨਿਵਾਸ ਕਰਦੇ ਲਿਖਿਆ ਹੈ। ਇਹਨਾਂ ਦੇ ਸਵਰਨ ਮਹਿਲ ਜੋ ਰਤਨਾਂ ਨਾਲ ਜੜੇ ਹੋਏ ਹਨ, ਵਿਰਜਾ ਨਦੀ ਦੇ ਕਿਨਾਰੇ ਤੇ ਹਨ। ਇਹੋ ਨਦੀ ਜਦ ਕ੍ਰਿਸ਼ਨ ਜੀ ਚਾਹੁਣ ਸੁੰਦਰ ਇਸਤਰੀ ਬਣ ਜਾਂਦੀ ਹੈ, ਜਿਵੇਂ ਗੰਗਾ ਭੀਸ਼ਮ ਪਿਤਾਮਹ ਦੀ ਮਾਂ ਕਰਦੀ ਸੀ। ਉਸ ਲੋਕ ਦਾ ਅਧਿਕਾਰ ਸਿਰਫ ਕ੍ਰਿਸ਼ਨ ਜੀ ਨੂੰ ਹੀ ਹੈ। ਕਿਸੇ ਸਖੀ ਨੇ ਰਾਧਾ ਨੂੰ ਜਾ ਖਬਰ ਦਿੱਤੀ। ਰਾਧਾ ਗੁੱਸੇ ਨਾਲ ਸੜਦੀ ਹੋਈ ਪਤਾ ਕਰਨ ਲਈ ਆਈ ਤਾਂ ਪਹਿਰੇ ਤੇ ਬਿਠਾਏ ਸੁਦਾਮੇ ਨੇ ਉਹਨੂੰ ਬੂਹੇ ਤੇ ਰੋਕ ਲਿਆ। ਗੁੱਸੇ ਵਿੱਚ ਆਈ ਰਾਧਾ ਨੇ ਸੁਦਾਮੇ ਨੂੰ ਸਰਾਪ ਦੇ ਦਿੱਤਾ ਕਿ ਤੂੰ ਸੰਖਚੂੜ ਨਾਮ ਦਾ ਦੈਂਤ ਬਣੇ। ਇੰਨੇ ਵਿੱਚ ਕ੍ਰਿਸ਼ਨ ਨੂੰ ਪਤਾ ਲੱਗ ਗਿਆ ਤਾਂ ਉਹ ਅੰਤਰ ਧਿਆਨ ਛਪਨ ਹੋ ਗਿਆ ਅਤੇ ਵਿਰਜਾ ਨੇ ਆਪਣੇ ਸਰੀਰ ਨੂੰ ਨਦੀ ਬਣਾ ਲਿਆ। ਪਰ ਛੇਤੀ ਮਗਰੋਂ ਕ੍ਰਿਸ਼ਨ ਨੇ ਰਾਧਾ ਨੂੰ ਫਿਰ ਕਿਧਰੇ ਖਿਸਕਾ ਦਿੱਤਾ ਅਤੇ ਆਪ ਵਿਰਜਾ ਨਾਲ ਵਿਹਾਰ ਕਰਨ ਲੱਗ ਪਿਆ। ਅਗਲੀ ਲਿਖਤ ਇਸ ਪ੍ਰਕਾਰ ਹੈ। ਜਦ ਰਾਧਾ ਨੇ ਫਿਰ ਸੁਣਿਆ ਤਾਂ ਗੁੱਸੇ ਵਿੱਚ ਆਈ, ਆਪਣੇ ਬਸਤਰ ਉਤਾਰ ਕੇ ਨਗਨ ਜ਼ਮੀਨ ਉੱਤੇ ਲੇਟ ਗਈ। ਜਦ ਕ੍ਰਿਸ਼ਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰਾਧਾ ਦੇ ਨੇੜੇ ਆਏ। ਰਾਧਾ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਬੋਲੀ ਕਿ ਤੁਸੀਂ ਮੇਰੇ ਨੇੜੇ ਨਾ ਆਓ, ਕਿਉਂਕਿ ਤੁਸੀਂ ਪਰਾਈਆਂ ਇਸਤਰੀਆਂ ਕੀ ਆਪ ਵਿਆਹੁਤਾ ਸੀ ਨਾਲ ਸੰਜੋਗ ਕਰਦੇ ਹੋ। ਤੁਸੀਂ ਇੱਥੋਂ ਚਲੇ ਜਾਓ।
ਅਤੇ ਆਪਣੀਆਂ ਸਖੀਆਂ ਨੂੰ ਆਗਿਆ ਦਿੱਤੀ ਕਿ ਇਹਨਾਂ ਨੂੰ ਇੱਥੋਂ ਕੱਢ ਦਿਓ। ਜੇ ਰਾਧਾ ਦਾ ਸਿਰਫ ਆਤਮਿਕ ਪਿਆਰ ਹੀ ਸੀ ਅਤੇ ਕ੍ਰਿਸ਼ਨ ਨਾਲ ਇਸਤਰੀ ਮਰਦ ਵਾਲਾ ਸਬੰਧ ਨਹੀਂ ਸੀ, ਤਾਂ ਉਸ ਨੂੰ ਸੌਂਕਣਾ ਵਾਲਾ ਗੁੱਸਾ ਕਰਨ ਦੀ ਕੀ ਲੋੜ ਸੀ? ਨੰਗੀ ਹੋ ਕੇ ਧਰਤੀ ਤੇ ਲੇਟਣ ਵਾਲੀ ਭੈੜੀ ਹਰਕਤ ਕਿਉਂ ਕਰਨੀ ਸੀ? ਸਗੋਂ ਆਪਣੇ ਪਿਆਰੇ ਦੀ ਖੁਸ਼ੀ ਵਿੱਚ ਖੁਸ਼ ਹੁੰਦੀ। ਸੋ ਸਪਸ਼ਟ ਹੈ ਕਿ ਬ੍ਰਾਹਮਣ ਦੇ ਆਪਣੇ ਲਿਖੇ ਸ਼ਿਵ ਪੁਰਾਣ ਨੇ ਸਿੱਧ ਕਰ ਦਿੱਤਾ ਹੈ ਕਿ ਕੁਆਰੀ ਬੀਬੀ ਰਾਧਾ ਕ੍ਰਿਸ਼ਨ ਜੀ ਦੀ ਉਹ ਕੁਝ ਹੀ ਸੀ ਜਿਸ ਨੂੰ ਗੋਰੇ ਵੀਰ ਜੀ ਗਰਲਫ੍ਰੈਂਡ ਕਹਿੰਦੇ ਹਨ। ਗਿਆਨੀ ਈਸ਼ਰ ਸਿੰਘ ਜੀ ਨੇ ਸਿਆਮ ਕਵੀ ਦੀ ਲਿਖਤ ਨੂੰ ਰੱਬੀ ਹੁਕਮ ਮੰਨਿਆ ਹੈ। ਸੋ ਰਾਧਾ ਨਾਲ ਪਿਆਰ ਦੀ ਤਸਵੀਰ ਸਿਆਮ ਕਵੀ ਦੀ ਕਿਰਤ ਕ੍ਰਿਸ਼ਨਾਵਤਾਰ ਵਿੱਚੋਂ ਵੀ ਵੇਖ ਲਈਏ। ਰਾਧਾ ਨੂੰ ਇਹ ਨਾਰਾਜ਼ਗੀ ਹੋ ਗਈ ਕਿ ਕਾਨ੍ਹਾ ਚੰਦਰ ਭਾਗਾ ਗੋਪੀ ਨਾਲ ਵੱਧ ਪਿਆਰ ਕਰਦਾ ਹੈ ਅਤੇ ਉਸ ਨਾਲ ਰੁੱਸ ਗਈ। ਪਰ ਕ੍ਰਿਸ਼ਨ ਨੇ ਰਾਧਾ ਦੇ ਹੁਸਨ ਦੀਆਂ ਸਿਫਤਾਂ ਕਰਕੇ ਰਾਧਾ ਦੀ ਤਸੱਲੀ ਕਰਾ ਦਿੱਤੀ ਕਿ ਅਸਲੀ ਪਿਆਰ ਉਸੇ ਨਾਲ ਹੀ ਹੈ। ਕਾਨ ਦੀਆਂ ਗੱਲਾਂ ਸੁਣ ਕੇ ਬ੍ਰਿਕ ਭਾਨ ਸੁੱਤਾ ਅਰਥਾਤ ਬ੍ਰਿਕ ਭਾਨ ਦੀ ਧੀ ਰਾਧਾ ਨੇ ਰੁਸੇਵਾਂ ਛੱਡ ਦਿੱਤਾ ਅਤੇ ਕ੍ਰਿਸ਼ਨ ਨੇ ਉਸ ਨਾਲ ਉਚੇਚੇ ਮਿਲਾਪ ਲਈ ਥਾਂ ਚੁਣਿਆ ਜਿੱਥੇ ਰਾਧਾ ਕ੍ਰਿਸ਼ਨ ਨੂੰ ਜਾ ਮਿਲੀ। ਆਤਮਿਕ ਸਾਂਝ ਵਾਲੇ ਸੱਚੇ ਪ੍ਰੇਮੀਆਂ ਦਾ ਅਥਵਾ ਭਗਤਨੀ ਅਤੇ ਭਗਵਾਨ ਦੇ ਮਿਲਾਪ ਕਿਸ ਢੰਗ ਦਾ ਹੁੰਦਾ ਹੈ, ਇਸ ਮਿਲਣੀ ਦਾ ਜੋ ਦ੍ਰਿਸ਼ ਅਥਵਾ ਨਜ਼ਾਰਾ ਕਾਵਿ ਭਾਵ ਕਵੀ ਸਿਆਮ ਨੇ 10ਵੇਂ ਗ੍ਰੰਥ ਵਿਚਲੀ ਬੜੀ ਲੰਬੀ ਬਾਣੀ ਕ੍ਰਿਸ਼ਨਾਵਤਾਰ ਵਿੱਚ ਇਸ ਪ੍ਰਕਾਰ ਚਿਤਰਿਆ ਹੈ। ਦੋ ਜੋ ਹਸ ਬਾਤ ਸੰਗ ਟਰੇ, ਤੋ ਹੁਲਾਸ ਬਿਲਾਸ ਬੜੇ ਸਗਰੇ, ਹਸ ਕੰਠ ਲਗਾਏ ਲਈ ਲਲਨਾ, ਗਹਿ ਗਾੜੇ ਅਨੰਗ ਤੇ ਅੰਗ ਭਰੇ, ਤਰਕੀ ਹੈ ਤਨੀ ਦਰਕੀ ਅੰਗੀਆ, ਗਰ ਮਾਲ ਤੇ ਟੂਟ ਹੈ ਲਾਲ ਭਰੇ, ਪਿया के मिले त्रिया के हिए ते, ਅਗਰਾ ਬਿਰਹਾਗਨ ਕੇ ਨਿਕਰੇ। ਭਾਵ ਪਿਆਰੀ ਰਾਧਿਕਾ ਨੂੰ ਕ੍ਰਿਸ਼ਨ ਨੇ ਏਡੀ ਬੇਚੈਨੀ ਭਰੇ ਜੋਸ਼ ਨਾਲ ਫੜ ਕੇ ਛਾਤੀ ਨਾਲ ਘੁੱਟਿਆ ਕਿ ਉਸ ਦੀਆਂ ਅੰਗੀ ਦੀਆਂ ਤਣੀਆਂ ਤੜਕ ਦੇਣੀ ਟੁੱਟ ਗਈਆਂ, ਚੋਲੀ ਪਾਟ ਗਈ ਅਤੇ ਗਲ ਪਾਈ ਮਾਲਾ ਟੁੱਟ ਕੇ ਉਸ ਦੇ ਮਣਕੇ ਖਿਲਰ ਗਏ। ਇਹ ਸਿੱਧ ਹੁੰਦਾ ਹੈ ਕਿ ਰਾਧਿਕਾ ਜਦੋਂ ਵੀ ਕ੍ਰਿਸ਼ਨ ਕੋਲ ਆਉਂਦੀ ਸੀ ਪੂਰਾ ਹਾਰ ਸ਼ਿੰਗਾਰ ਕਰਕੇ ਆਇਆ ਕਰਦੀ ਸੀ। ਕ੍ਰਿਸ਼ਨ ਦਾ ਮਨ ਖੁਸ਼ ਕਰਨ ਵਿੱਚ ਨਿਪੁੰਨ ਸੀ, ਤਦੇ ਉਸ ਨਾਲ ਕ੍ਰਿਸ਼ਨ ਦਾ ਬਹੁਤ ਨੇੜ ਸੀ। ਵਿਛੋੜੇ ਦੇ ਸਾਲ ਨਾਲ ਉਪਜੇ ਹੋਏ ਬਿਰਹੋਂ ਦੀ ਅੱਗ ਦੇ ਅੰਗਿਆਰਾਂ ਨੂੰ ਠੰਡ ਪੈਣ ਲੱਗ ਪਈ। ਜੇ ਪਾਕ ਪਵਿੱਤਰ ਪਿਆਰ ਵਾਲੀ ਪ੍ਰੇਮਣ ਨਾਲ ਮਿਲਾਪ ਦਾ ਢੰਗ ਇਹ ਸੀ, ਤਾਂ ਵਿਰਜਾ ਜਹੀਆਂ ਗੰਦੇ ਪ੍ਰੇਮ ਵਾਲੀਆਂ ਨਾਲ ਮਿਲਣ ਢੰਗ ਕਿਸ ਤਰ੍ਹਾਂ ਦਾ ਹੁੰਦਾ ਹੋਵੇਗਾ। ਜਦ ਅੰਗੀ ਤੇ ਚੋਲੀ ਪਾਟ ਗਈਆਂ ਅਤੇ ਮੋਤੀਆਂ ਦੀ ਮਾਲਾ ਵੀ ਟੁੱਟ ਕੇ ਖਿਲਰ ਗਈ, ਤਾਂ ਫਿਰ ਇਸ ਹਾਲਤ ਵਿੱਚ ਬਾਹਰ ਰਹਿਣਾ ਠੀਕ ਨਾ ਸਮਝ ਕੇ ਰਾਧਾ ਨੂੰ ਭਗਵਾਨ ਜੀ ਕਹਿੰਦੇ ਹਨ ਕਿ ਬਾਕੀ ਦਾ ਆਨੰਦ ਜਮਨਾ ਦੇ ਪਾਣੀ ਵਿੱਚ ਵੜ ਕੇ ਲੈਂਦੇ ਹਾਂ। ਤਾਂ ਹਰਜੂ ਇਮ ਰਾਧਿਕਾ ਸੰਗ ਕਹੀ, जमुना में तरो तुमको गह है, जल में हम केल करेंगे सुनो, रस बात सबे सो तहाँ कह है, जिह उर निहार बधु ब्रिज की, ललचाए मने पिखियो चह है, पहुँचेंगी न तह गवारन ए, हम हूँ तुम अरीजत हारे हैं। भाव कृष्ण भगवान ਪਹਿਲੀ ਪਿਆਰੀ ਸਹੇਲੀ ਰਾਧਾ ਨੂੰ ਕਹਿੰਦਾ ਹੈ ਕਿ ਬਾਹਰ ਕਾਮ ਕ੍ਰੀੜਾ ਕਰਦਿਆਂ ਵੇਖ ਕੇ ਪਿੰਡ ਦੀਆਂ ਹੋਰ ਤੀਵੀਆਂ ਦਾ ਮਨ ਵੀ ਲਲਚਾ ਪੈਣਾ ਹੈ ਅਤੇ ਫਿਰ ਉਹਨਾਂ ਦੇ ਸ਼ਾਮਲ ਹੋ ਜਾਣ ਨਾਲ ਰਾਧਾ ਨਾਲ ਪੂਰਾ ਪਿਆਰ ਨਹੀਂ ਕੀਤਾ ਜਾਣਾ। ਪਾਣੀ ਵਿੱਚ ਦੋਹਾਂ ਇਕੱਲਿਆਂ ਹੀ ਹੋਣਾ ਹੈ। ਉੱਥੇ ਮੌਜ ਮੇਲਾ ਕਰਦੇ ਰੱਜ ਲਵਾਂਗੇ, ਹਟਾਂਗੇ ਹੀ ਉਦੋਂ ਜਦੋਂ ਦੋਹਾਂ ਦੀ ਬੱਸ ਹੋ ਜਾਵੇਗੀ। ਬ੍ਰਿਖ ਭਾਨ ਸੁਤਾ ਹਰ ਕੇ ਮੁਖ ਤੇ, ਜਲ ਪੈਠਨ ਕੀ ਬਿਤਿਆ ਸੁਨ ਪਾਈ, ਧਾਇ ਕੇ ਜਾਏ ਪਰੀ ਸਰ ਮੈਂ, ਕਰਕੇ ਅਤ ਹੀ ਬ੍ਰਿਜਨਾਥ ਬੜਾਈ, ਤਾਹੀ ਕੇ ਪਾਸ਼ੇ ਤੇ श्याम परे, कब के मन में उपमा में एह आई, मानो श्याम जू बाज परियो, पिख के ब्रिज नार को ज्यों मुरगाई। ਭਾਵ ਜਿਵੇਂ ਬਾਜ਼ ਦਰਿਆ ਵਿੱਚ ਤਰਦੀ ਮੁਰਗਾਬੀ ਨੂੰ ਦੇਖ ਕੇ ਝਪਟਦਾ ਹੈ, ਤਿਵੇਂ ਕ੍ਰਿਸ਼ਨ ਜੀ ਰਾਧਿਕਾ ਉੱਤੇ ਹੱਲਾ ਕਰਕੇ ਜਾ ਪਏ। ਨਾਰਾ ਜੀ ਦੇ ਕਵੀ ਸਿਆਮ ਨੇ ਕ੍ਰਿਸ਼ਨ ਜੀ ਨੂੰ ਤੀਵੀਆਂ ਵਿੱਚ ਹਰਨ ਵਾਂਗ ਜਾਂ ਬਾਜ਼ ਵਾਂਗ ਹਰਨੀਆਂ ਅਥਵਾ ਕੂੰਜਾਂ ਤੇ ਪੈਂਦੇ ਦਰਸਾ ਕੇ
ਸਾਬਤ ਕਰ ਦਿੱਤਾ ਹੈ ਕਿ ਕ੍ਰਿਸ਼ਨ ਗੋਬਿੰਦ ਜੀ ਤੀਵੀਆਂ ਨਾਲ ਜਾਨਵਰਾਂ ਵਾਲਾ ਵਿਹਾਰ ਹੀ ਕਰਦੇ ਸਨ। ਬ੍ਰਿਜਨਾਥ ਤਬੇ ਧਸ ਕੇ ਜਲ ਮੇ, ਬ੍ਰਿਜਨਾਰ ਸੋ ਤਬ ਜਾਏ ਗਹੀ। ਹਰ ਕੋ ਤਨ ਭੇਟ ਹੁਲਾਸ ਬੜਿਓ, ਗਿਣਤੀ ਮਨ ਕੀ ਜਲ ਭਾਂਤ ਬਹੀ। ਜੋ ਆਨੰਦ ਬੀਚ ਬੜਿਓ ਮਨ ਕੇ, ਕਬ ਤੋ ਮੁਖ ਤੇ ਕਤ ਭਾਖ ਕਹੀ। ਪਿਖਿਓ ਜਿਨਹੂ ਰੀਝ ਰਹਿਓ ਪਿਖ ਕੈ, ਜਮੁਨਾ ਜਿਹ ਰੀਝ ਰਹੀ। ਪਰਾਈਆਂ ਧੀਆਂ ਭੈਣਾਂ ਨਾਲ ਜਿਸ ਤਰ੍ਹਾਂ ਦੀਆਂ ਖਰਮਸਤੀਆਂ ਕਰਦੇ ਕ੍ਰਿਸ਼ਨ ਜੀ ਨੂੰ ਉਹਨਾਂ ਲੋਕਾਂ ਨੇ ਝੱਲਿਆ ਹੈ, ਕਿ ਇਹ ਕੁਝ ਪੰਜਾਬੀ ਜੱਟ ਝੱਲ ਸਕਦੇ ਸਨ? ਝੱਲਣ ਦੀ ਗੱਲ ਤਾਂ ਕਿਤੇ ਰਹੀ। ਅਜਿਹਾ ਕੁਝ ਲਿਖਣ ਵਾਲਿਆਂ ਨੂੰ ਉਹਨਾਂ ਦੇ ਘਰਾਂ ਦੀ ਅੱਗ ਵਿੱਚ ਹੀ ਸੜਨਾ ਪੈ ਜਾਂਦਾ। ਬਸ ਇਹੀ ਕਾਰਨ ਹੈ ਕਿ ਬ੍ਰਾਹਮਣ ਦੇ ਸਾਰੇ ਅਵਤਾਰ ਪੰਜਾਬੋਂ ਬਾਹਰ ਹੀ ਜਨਮੇ ਅਤੇ ਵਿਚਰੇ। ਹਿੰਦੂਆਂ ਦਾ ਕੋਈ ਤੀਰਥ ਵੀ ਕੁਰਸ਼ੇਤਰ ਤੋਂ ਉਰੇ ਪੰਜਾਬ ਵੱਲ ਨੂੰ ਨਹੀਂ ਮਿਲੇਗਾ। ਕੀ ਕੋਈ ਸਮਝਾ ਸਕਦਾ ਹੈ ਕਿ ਕੀ ਭਗਵਾਨਾਂ ਅਤੇ ਦੇਵਤਿਆਂ ਲਈ ਪੰਜਾਬ ਜਾਂ ਪੇਸ਼ਾਵਰ ਵੱਲ ਜੰਮਣਾ ਜਾਂ ਜਾਣਾ ਦਰਗਾਹੋਂ ਹੀ ਮਨ੍ਹਾ ਸੀ? ਪਰ ਇੱਥੇ ਵੀ ਸਤਿਗੁਰਾਂ ਦਾ ਇਹੀ ਬਚਨ ਢੁਕਦਾ ਹੈ, ਝੂਠ ਨਾ ਬੋਲ ਪਾਂਡੇ, ਸੱਚ ਕਹੀਏ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।